ਪਹਿਲਗਾਮ ਦੇ ਵਿੱਚ ਅਟੈਕ ਹੋਇਆ ਟੂਰਿਸਟ ਦੇ ਉੱਤੇ, ਉਹਦੇ ਬਾਰੇ ਹਾਲਾਂਕਿ ਇੰਡੀਆ ਉਹੀ ਕਿ ਪਾਕਿਸਤਾਨ ਨੂੰ ਦੋਸ਼ੀ ਐਲਾਨ ਰਿਹਾ ਆ ਅਤੇ ਪਾਕਿਸਤਾਨ ਆਪਣੇ ਕਿਸੇ ਵੀ ਤਰ੍ਹਾਂ ਦੀ ਇਨਵੋਲਵਮੈਂਟ ਤੋਂ ਡਿਨਾਇਲ ਕਰ ਰਿਹਾ ਆ। ਜਿਹੜੀ ਇੰਡਸ ਵਾਟਰ ਟਰੀਟੀ ਆ ਉਹਨੂੰ ਮੁਅੱਤਲ ਕਰ ਦਿੱਤਾ ਗਿਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਤੱਕ ਪਾਕਿਸਤਾਨ ਜਿਹੜਾ ਆ ਕ੍ਰੋਸ ਬਾਰਡਰ ਟੈਰਰਿਜ਼ਮ ਜਿਹੜਾ ਦੋਸ਼ ਲਾਉਂਦਾ ਆ ਇੰਡੀਆ ਪਾਕਿਸਤਾਨ ਦੇ ਉੱਤੇ ਕਿ ਉਹ ਨਹੀਂ ਰੋਕਦਾ, ਉਦੋਂ ਤੱਕ ਜਿਹੜੀ ਇਹ ਟਰੀਟੀ ਆ ਉਹਨੂੰ ਇੰਡੀਆ ਨੇ ਕਿਹਾ ਕਿ ਅਸੀਂ ਸਸਪੈਂਡ ਕਰਦੇ ਹਾਂ। ਤੇ ਉਹ ਟਰੀਟੀ ਜਿਹੜੀ ਆ ਉਹ ਇੱਕ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਵਿਚੋਲਗੀ ਦੇ ਨਾਲ ਉਹ ਟਰੀਟੀ ਹੋਈ ਸੀ ਤੇ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਨਹੀਂ ਹੈਗੀ ਕੋਈ ਵੀ ਇੱਕ ਧਿਰ ਜਿਹੜੀ ਆ ਉਹਨੂੰ ਇਸ ਤਰੀਕੇ ਨਾਲ ਮੁਅੱਤਲ ਕਰ ਸਕਦੀ ਹੋਵੇ। ਪਾਕਿਸਤਾਨ ਡਿਨਾਇਲ ਕਰ ਰਿਹਾ, ਉਹ ਕਹਿੰਦੇ ਕਿ ਬਿਨਾਂ ਕਿਸੇ ਸਟਰੋਂਗ ਐਵੀਡੈਂਸ ਤੋਂ ਇੰਡੀਆ ਜਿਹੜਾ ਆ ਉਹ ਇੱਕ ਇਲਜ਼ਾਮਬਾਜ਼ੀ ਲਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਇੰਡੀਆ ਦੀਆਂ ਆਪਣੀਆਂ ਇੰਟਰਨਲ ਪ੍ਰੋਬਲਮਸ ਨੇ ਜਿਨ੍ਹਾਂ ਦੇ ਸਿੱਟੇ ਵਜੋਂ ਇਹ ਘਟਨਾਵਾਂ ਵਾਪਰੀਆਂ ਤੇ ਨਾਲ ਹੀ ਉਹਨਾਂ ਨੇ ਇਹਨੂੰ ਫਾਲਸ ਫਲੈਗ ਆਪਰੇਸ਼ਨ ਵੀ ਕਿਹਾ ਹੈ ਆਪਣੀ ਸਟੇਟਮੈਂਟ ਦੇ ਵਿੱਚ। ਜਿਹੜੇ ਇੰਡੀਆ ਨੇ ਡਿਸੀਜਨਸ ਵੀ ਲਏ ਆ ਉਹ ਡਿਸੀਜਨਸ ਚਾਹੇ ਉਹ ਇੰਡਸ ਵਾਟਰ ਟਰੀਟੀ ਨੂੰ ਲੈ ਕੇ ਆ, ਉਹਦੇ 'ਚ ਪਾਣੀ ਰੋਕਣਾ ਹੈ ਜਿਹੜਾ ਉਹ ਕੋਈ ਮਤਲਬ ਖਾਲਾ ਜੀ ਦਾ ਪੜਾ ਨਹੀਂ ਕਿ ਇੱਕ ਮਿੰਟ ਤੁਸੀਂ ਐਲਾਨ ਕਰਤਾ ਤੇ ਤੁਸੀਂ ਉਹ ਜਿਹੜੇ ਦਰਿਆ ਨੇ ਉਹਨਾਂ ਨੂੰ ਬੰਨ੍ਹ ਲਾ ਲਓਗੇ ਤੇ ਉਹਨਾਂ ਦਾ ਪਾਣੀ ਡਿਵੀਏਟ ਕਰ ਦੋਗੇ। ਇੰਡੀਆ ਪਿਛਲੇ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰ ਰਿਹਾ ਸੀ ਇਸ ਟਰੀਟੀ ਤੋਂ ਬਾਹਰ ਆਉਣ ਦੀ, ਤਾਂ ਇਹ ਜਿਹੜੀ ਘਟਨਾ ਵਾਪਰੀ ਆ ਉਹਦੇ ਇਵਜ਼ ਦੇ ਵਿੱਚ ਇੰਡੀਆ ਨੇ ਇਹ ਮੌਕਾ ਜਿਹੜਾ ਬਣਾਇਆ ਆ ਕਿ ਹੁਣ ਉਹ ਇੰਡਸ ਵਾਟਰ ਟਰੀਟੀ ਤੋਂ ਬਾਹਰ ਆ ਰਿਹਾ। ਇੰਡੀਆ ਫੋਰ ਦਾ ਤੁਸੀਂ ਕਹਿ ਸਕਦੇ ਲੌਂਗ ਟਰਮ ਕੁਛ ਨਾ ਕੁਛ ਇਹੋ ਜਿਹੇ ਚੇਂਜਿਸ ਕਰ ਸਕਦਾ ਜਿਹਦਾ ਫਿਰ ਰਿਐਕਸ਼ਨ ਪੋਲੀਟੀਕਲੀ ਵੀ ਤੇ ਮਿਲੀਟੈਰੀਲੀ ਵੀ ਪਾਕਿਸਤਾਨ ਨੇ ਕਲੀਅਰ ਕੀਤਾ ਹੈ ਕਿ ਇਟਸ ਜਸਟ ਲਾਈਕ ਐਕਟ ਆਫ ਵਾਰ। ਜੇ ਮਤਲਬ ਇੰਡਸ ਵਾਟਰ ਟਰੀਟੀ ਤੋਂ ਬਾਅਦ ਪਾਣੀ ਦੇ ਨਾਲ ਕੋਈ ਜਿਹੜੀ ਛੇੜਛਾੜ ਕੀਤੀ ਜਾਂਦੀ ਆ, ਪਿੱਛੇ ਜੇ ਵਕਫ ਬਿੱਲ ਆਇਆ ਤੇ ਮੁਸਲਮਾਨ ਉਹਦੇ ਖਿਲਾਫ ਵਿਰੋਧ ਕਰਨਾ ਸ਼ੁਰੂ ਹੀ ਕਰਨ ਲੱਗੇ ਸੀ, ਜੇ ਉਸ ਬਿੱਲ ਦੇ ਖਿਲਾਫ ਪ੍ਰੋਟੈਸਟ ਹੋਣੇ ਸ਼ੁਰੂ ਹੀ ਹੋਏ ਸੀ, ਆਰਗੇਨਾਈਜ਼ ਹੋਣਾ ਸ਼ੁਰੂ ਹੋ ਰਹੇ ਸੀ। ਪਰ ਨਾਲ ਹੀ ਇਹ ਘਟਨਾ ਜਿਹੜੀ ਵਾਪਰੀ ਤੇ ਉਹਦੇ ਜਿਹੜਾ ਸਾਰਾ ਨੈਰੇਟਿਵ ਬਿਲਡ ਅਪ ਕੀਤਾ ਐਂਟੀ ਮੁਸਲਿਮ ਕਿ ਮਤਲਬ ਸਾਰੀ ਮੁਸਲਿਮ ਕਮਿਊਨਿਟੀ ਫੇਰ ਦੁਬਾਰਾ ਬੈਕਫੁੱਟ ਤੇ ਆ ਗਈ। ਜਿੱਥੇ ਇੱਕ ਪਾਸੇ 26 ਜਾਨਾਂ ਗਈਆਂ ਆ, ਮਤਲਬ ਉਹ ਇੱਕ ਸਾਰਾ ਸੋਗ ਪ੍ਰਗਟ ਕਰ ਰਹੇ ਆ, ਇੱਕ ਝੂਠਾ ਅਸੀਂ ਕਹਿ ਸਕਦੇ ਹਾਂ ਨੈਸ਼ਨਲਿਸਟ ਨੇ ਜਿਹੜੇ ਇੰਡੀਆ ਦੇ, ਉਹ ਦੂਜੇ ਪਾਸੇ ਜਿਹੜਾ ਬਾਘਾ ਬਾਰਡਰ ਆ ਉਹਦੇ ਤੇ ਆ ਕੇ ਬਾਰਡਰ ਬੰਦ ਹੋਣ ਦੀ ਖੁਸ਼ੀ ਦੇ ਉੱਤੇ ਉਹ ਭੰਗੜੇ ਪਾਏ ਜਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 24 ਅਪ੍ਰੈਲ 2025 ਤੇ 11 ਵਿਸਾਖ ਨਾਨਕਸ਼ਾਹੀ ਸੰਮਤ 557 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਇਸ ਵਕਤ ਸੁਖਵਿੰਦਰ ਸਿੰਘ ਜੁੜੇ ਹੋਏ ਆ ਟੋਰਾਂਟੋ ਤੋਂ TV 84 ਦੇ ਕੋਰਸਪੋਂਡੈਂਟ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਜਿਵੇਂ ਕਿ ਮੈਂ ਬੀਤੇ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਡਿਸਕਸ ਕੀਤਾ ਸੀ ਤੇ ਉਹੀ ਪਿਛਲੇ 48 ਘੰਟਿਆਂ ਦੇ ਵਿੱਚ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਇਸ ਵਕਤ ਸਥਿਤੀ ਬਣੀ ਹੋਈ ਹੈ, ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ, ਇੱਕ ਮੰਦਭਾਗਾ ਆਤਮਘਾਤੀ ਹਮਲਾ ਹੋਇਆ ਜਿਹਦੇ ਵਿੱਚ 28 ਜਾਨਾਂ ਗਈਆਂ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਜਿਹੜਾ ਸਾਰਾ ਫੋਕਸ ਹੈ ਸਾਊਥ ਏਸ਼ੀਆ ਦਾ, ਈਵਨ ਵਰਲਡ ਲੈਵਲ ਤੇ ਵੀ ਅਸੀਂ ਦੇਖ ਰਹੇ ਹਾਂ ਉਹਦੇ ਤੇ ਨਿਗਾਹਾਂ ਇਸ ਵਕਤ ਬਣੀਆਂ ਹੋਈਆਂ ਨੇ। ਸਾਡੇ ਲਈ ਬਹੁਤ ਇੰਪੋਰਟੈਂਟ ਇਸ ਵਕਤ ਇਹ ਸਿਚੁਏਸ਼ਨ ਹੈ, ਸਾਡੇ ਲਈ, ਸਾਡੇ ਲੋਕਾਂ ਦੇ ਲਈ, ਸਾਡੇ ਖਿੱਤੇ ਦੇ ਲਈ। ਸੋ ਅੱਜ ਦਾ ਜਿਹੜਾ ਸਾਰਾ ਹੀ ਪ੍ਰੋਗਰਾਮ ਆ, ਮੈਂ ਸਮਝਦਾ ਕਿ ਇਸ ਦੇ ਉੱਤੇ ਸਾਡਾ ਫੋਕਸ ਰਹਿਣਾ ਹੈ, ਵੱਖ-ਵੱਖ ਪਹਿਲੂਆਂ ਦੇ ਉੱਤੇ। ਸ਼ੁਰੂਆਤ ਕਰਦੇ ਹਾਂ ਅਸੀਂ ਅੱਜ ਦੇ ਪ੍ਰੋਗਰਾਮ ਦੀ। ਜਿਵੇਂ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਇਹ ਸਥਿਤੀ ਬਣੀ ਹੋਈ ਹੈ, ਇਸ ਵਕਤ ਬੀਤੇ 24 ਘੰਟੇ ਦੇ ਵਿੱਚ ਬੜੀਆਂ ਅਹਿਮ ਡਿਵੈਲਪਮੈਂਟਸ ਹੋਈਆਂ ਨੇ। ਇਹ ਸਮਝਣ ਵਾਲੀ ਗੱਲ ਹੈਗੀ ਹੈ ਜਾਂ ਦੇਖਣ ਵਾਲੀ ਗੱਲ ਹੈ ਵੀ ਇਹ ਇਸ ਵਕਤ ਚੱਲ ਕੀ ਰਿਹਾ ਆ, ਕਿਉਂਕਿ ਸਥਿਤੀ ਬਦ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਇਸ ਵਕਤ ਭਾਰਤ ਤੇ ਪਾਕਿਸਤਾਨ ਦੀਆਂ ਜਿਹੜੀਆਂ ਮਿਲਟਰੀਜ਼ ਹੈਗੀਆਂ ਨੇ, ਫੌਜਾਂ, ਉਹ ਇੱਕ ਹਿਸਾਬ ਨਾਲ ਆਮੋ ਸਾਹਮਣੇ ਆਣ ਖਲੋਤੀਆਂ ਨੇ। ਫੌਜੀ ਜਿਹੜੀ ਮਸ਼ਕ ਹੈਗੀ ਹੈ ਉਹ ਵੱਧ ਗਈ ਹੈ। ਬਾਰਡਰਸ ਦੇ ਉੱਤੇ ਤਾਇਨਾਤੀ, ਜਿਹੜੇ ਹਾਈ ਅਲਰਟ ਹੈਗੇ ਆ ਏਰੀਆਜ਼ ਦੇ ਵਿੱਚ, ਬਾਰਡਰ ਏਰੀਆਜ਼ ਦੇ ਵਿੱਚ ਹੀ ਨਹੀਂ ਬਲਕਿ ਈਵਨ ਜਿਹੜੇ
ਰੈਗੂਲਰ ਤੁਹਾਡੇ ਸਿਵਿਲੀਅਨ ਏਰੀਆਜ਼ ਹੁੰਦੇ ਆ ਉਹਨਾਂ ਦੇ ਉੱਤੇ ਵੀ, ਪਾਕਿਸਤਾਨ ਵਾਲੀ ਸਾਈਡ ਤੇ ਵੀ ਤੇ ਭਾਰਤ ਵਾਲੀ ਸਾਈਡ ਤੇ ਵੀ, ਤੇ ਹਾਇਰ ਅਫੀਸ਼ੀਅਲਸ ਦੀਆਂ ਜਿਹੜੀਆਂ ਆਪਸ ਦੇ ਵਿੱਚ ਮੀਟਿੰਗਸ ਨੇ ਉਹ ਹੋ ਰਹੀਆਂ ਨੇ। ਸੋ ਮੈਂ ਚਾਹੂੰਗਾ ਥੋੜਾ ਜਿਹਾ ਪਹਿਲਾਂ ਜਿਹੜੀਆਂ ਇਸ ਵਕਤ ਲੇਟੈਸਟ ਡਿਵੈਲਪਮੈਂਟਸ ਹੈਗੀਆਂ ਨੇ ਦੋਵੇਂ ਪਾਸਿਆਂ ਤੋਂ, ਭਾਰਤ ਵਾਲੀ ਸਾਈਡ ਤੋਂ ਵੀ ਤੇ ਪਾਕਿਸਤਾਨ ਵਾਲੀ ਸਾਈਡ ਤੋਂ, ਉਹਨਾਂ ਤੇ ਇੱਕ ਪੰਛੀ ਝਾਤ ਨਜ਼ਰਸਾਨੀ ਕਰ ਲਈ ਜਾਵੇ ਬਿਫੋਰ ਅਸੀਂ ਅੱਗੇ ਵਧੀਏ ਕਿ ਇਸ ਵਕਤ ਚੱਲ ਕੀ ਰਿਹਾ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਵੇਂ ਅਸੀਂ ਆਪਣੇ ਲਾਸਟ ਸ਼ੋਅ ਦੇ ਵਿੱਚ ਡਿਸਕਸ ਕੀਤਾ ਸੀ ਕਿ ਜਿਹੜਾ ਇਹ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਟੂਰਿਸਟ ਦੇ ਉੱਤੇ, ਉਹਦੇ ਬਾਰੇ ਹਾਲਾਂਕਿ ਇੰਡੀਆ ਉਹੀ ਕਿ ਪਾਕਿਸਤਾਨ ਨੂੰ ਦੋਸ਼ੀ ਐਲਾਨ ਰਿਹਾ ਆ ਤੇ ਪਾਕਿਸਤਾਨ ਆਪਣੇ ਕਿਸੇ ਵੀ ਤਰ੍ਹਾਂ ਦੀ ਇਨਵੋਲਵਮੈਂਟ ਤੋਂ ਡਿਨਾਇਲ ਕਰ ਰਿਹਾ ਆ, ਤੇ ਨਾਲ ਹੀ ਜਿਹੜਾ ਇੰਡੀਆ ਨੇ ਜਿਹੜੇ ਡਿਪਲੋਮੈਟਿਕ ਕੁਛ ਸਟੈਪਸ ਨੇ ਉਹ ਲਏ ਆ, ਜਿਹਦੇ ਵਿੱਚ ਜਿਹੜਾ ਐਗਰੀਮੈਂਟ ਬੇਸਿਕਲੀ ਉਹ ਜਿਹੜਾ ਵੀਜ਼ਾਸ ਨੂੰ ਜਾਂ ਬੰਦਿਆਂ ਦੇ ਆਉਣ ਜਾਣ ਦੇ ਲਈ ਸੀ, ਜਿਹੜਾ ਐਗਰੀਮੈਂਟ ਇਹਨਾਂ ਦਾ, ਉਹਨੂੰ ਸਸਪੈਂਡ ਕੀਤਾ। ਤੇ ਸਭ ਤੋਂ ਵੱਡਾ ਸਟੈਪ ਜਿਹੜਾ ਜਿਹੜੀ ਇੰਡਸ ਵਾਟਰ ਟਰੀਟੀ ਆ ਉਹਨੂੰ ਮੁਅੱਤਲ ਕਰ ਦਿੱਤਾ ਗਿਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਤੱਕ ਪਾਕਿਸਤਾਨ ਜਿਹੜਾ ਆ ਕ੍ਰੋਸ ਬਾਰਡਰ ਟੈਰਰਿਜ਼ਮ ਜਿਹੜਾ ਦੋਸ਼ ਲਾਉਂਦਾ ਆ ਇੰਡੀਆ ਪਾਕਿਸਤਾਨ ਦੇ ਉੱਤੇ ਕਿ ਉਹ ਨਹੀਂ ਰੋਕਦਾ, ਉਦੋਂ ਤੱਕ ਜਿਹੜੀ ਇਹ ਟਰੀਟੀ ਆ ਉਹਨੂੰ ਇੰਡੀਆ ਨੇ ਕਿਹਾ ਕਿ ਅਸੀਂ ਸਸਪੈਂਡ ਕਰਦੇ ਹਾਂ। ਹਾਲਾਂਕਿ ਉਸ ਟਰੀਟੀ ਦੇ ਵਿੱਚ, ਕਿਉਂਕਿ ਉਹ ਟਰੀਟੀ ਜਿਹੜੀ ਆ ਉਹ ਇੱਕ ਇੰਟਰਨੈਸ਼ਨਲ ਮਤਲਬ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਵਿਚੋਲਗੀ ਦੇ ਨਾਲ ਉਹ ਟਰੀਟੀ ਹੋਈ ਸੀ, ਤੇ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਨਹੀਂ ਹੈਗੀ ਕਿ ਕੋਈ ਵੀ ਇੱਕ ਧਿਰ ਜਿਹੜੀ ਆ ਉਹਨੂੰ ਇਸ ਤਰੀਕੇ ਨਾਲ ਮੁਅੱਤਲ ਕਰ ਸਕਦੀ ਹੋਵੇ। ਤੇ ਪਰ ਉਹ ਇੰਡੀਆ ਨੇ ਉਹ ਜਿਹੜਾ ਐਲਾਨ ਕੀਤਾ ਆ, ਤੇ ਉਹਦੇ ਬਾਰੇ ਵੀ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਕਿ ਉਹਦੀ ਪ੍ਰੈਕਟੀਕਲ ਇੰਪਲੀਕੇਸ਼ਨਸ ਜਾਂ ਪ੍ਰੈਕਟੀਕਲ ਮਤਲਬ ਪ੍ਰੈਕਟੀਕੈਲਿਟੀ ਕੀ ਆ ਉਸ ਡਿਸੀਜਨ ਦੀ। ਤੇ ਉਸ ਤੋਂ ਇਲਾਵਾ ਜਿਹੜਾ ਵਾਘਾ ਬਾਰਡਰ ਆ, ਜਿਹੜੀ ਸਰਹੱਦ ਆ ਅਟਾਰੀ ਤੇ ਪੰਜਾਬ ਦੇ ਨਾਲ ਲੱਗਦੀ ਪਾਕਿਸਤਾਨ ਦੀ, ਉਹਦੇ ਉੱਤੇ ਜਿਹੜੀ ਉਹਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਆ, ਤੇ ਨਾਲ ਹੀ ਜਿਹੜਾ ਸਫਾਰਤਖਾਨਾ ਆ ਉਹਨਾਂ ਦਾ, ਉਹਦੇ ਵਿੱਚੋਂ ਜਿਹੜੀ ਉਹਨਾਂ ਦੀ ਗਿਣਤੀ ਆ ਪਾਕਿਸਤਾਨੀ ਅਫੀਸ਼ੀਅਲਸ ਦੀ ਉਹ ਘਟਾਈ। ਤੇ ਇਹੋ ਜਿਹੀ ਜਿਹੜੇ ਸਟੈਪ ਆ ਉਹ ਫਿਰ ਪਾਕਿਸਤਾਨ ਵਾਲੇ ਪਾਸਿਓਂ ਵੀ ਜਿਹੜੇ ਆ ਉਹ ਲਏ ਗਏ ਆ। ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਫੌਜਾਂ ਦੀ, ਕਿਉਂਕਿ ਮੁਸਤੈਦੀ ਜਿਹੜੀ ਆ ਓਬਵੀਅਸ ਜੀ ਗੱਲ ਆ, ਜਦੋਂ ਡਿਪਲੋਮੈਟਿਕ ਮਾਹੌਲ ਇਸ ਤਰੀਕੇ ਦਾ ਇੱਕ ਬਣ ਜੇ ਦੋ ਮੁਲਕਾਂ ਦੇ ਦਰਮਿਆਨ, ਤੇ ਪਾਕਿਸਤਾਨ ਤੇ ਇੰਡੀਆ ਜਿਹੜੇ ਕਿ ਮਤਲਬ ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਜਿਹੜਾ ਮਾਹੌਲ ਆ ਵੀ ਦੋਨਾਂ ਦੇ ਦਰਮਿਆਨ ਉਹ ਹਮੇਸ਼ਾ ਖਟਾ ਸਾਲਾ ਕੜੱਤਣ ਵਾਲਾ ਹੀ ਰਹਿੰਦਾ ਆ। ਤੇ ਉਹ ਜਦੋਂ ਹੁਣ ਡਿਪਲੋਮੈਟਿਕਲੀ ਮਤਲਬ ਐਡੇ ਫੈਸਲੇ ਹੋ ਰਹੇ ਆ, ਤਾਂ ਉਹਦੇ ਚੋਂ ਫਿਰ ਫੌਜਾਂ ਦੇ ਵਿੱਚ ਹਿਲਜੁਲ ਜਿਹੜੀ ਆ ਉਹ ਸੁਭਾਵਿਕ ਆ। ਪਰ ਹਜੇ ਤੱਕ ਵੀ ਅਮਰਵੀਰ ਸਿੰਘ ਜੀ ਕੋਈ ਵੀ ਮਤਲਬ ਇਹ ਸਾਰੇ ਤੋਂ ਬਾਅਦ ਇਹ ਨਹੀਂ ਲੱਗ ਰਿਹਾ ਕਿ ਜਿਹੜਾ ਕੋਈ ਕ੍ਰੋਸ ਬਾਰਡਰ ਜਿਹੜਾ ਕੋਈ ਐਕਟ ਆ ਉਹ ਇੰਡੀਆ ਵੱਲੋਂ ਜਿਹੜਾ ਪਾਕਿਸਤਾਨ ਦੇ ਵਿੱਚ ਕੀਤਾ ਜਾਣਾ ਆ, ਤੇ ਸੰਭਾਵਨਾ ਵੀ ਉਹਦੀ ਲੱਗ ਨਹੀਂ ਰਹੀ। ਤੇ ਅਸੀਂ ਉਹ ਪਿਛਲੇ ਆਪਣੇ ਐਪੀਸੋਡ 'ਚ ਵੀ ਜ਼ਿਕਰ ਕੀਤਾ ਸੀ ਕਿ ਉਹੋ ਜਿਹੀ ਪੋਸੀਬਿਲਿਟੀ ਨਹੀਂ ਆ। ਇਸੇ ਤਰੀਕੇ ਦੇ ਜਿਹੜੇ ਐਲਾਨ ਇੰਡੀਆ ਨੇ ਕੀਤੇ ਆ, ਡਿਪਲੋਮੈਟਿਕ ਡਿਸੀਜਨਸ ਨੇ ਜਿਹੜੇ, ਚਾਹੇ ਉਹ ਟ੍ਰੇਡ ਨੂੰ ਲੈ ਕੇ ਹੋਵੇ, ਚਾਹੇ ਉਹ ਆਪਸੀ ਆਵਾਜਾਈ ਨੂੰ ਲੈ ਕੇ ਹੋਵੇ ਬੰਦਿਆਂ ਦੀ ਨੂੰ, ਤੇ ਜਿਹੜੇ ਐਗਰੀਮੈਂਟਸ ਜਾਂ ਟਰੀਟੀ ਹੈ ਜਿਹੜੀ ਖਾਸ ਤੌਰ ਤੇ ਇੰਡਸ ਵਾਟਰ ਟਰੀਟੀ ਆ ਉਹਨੂੰ ਲੈ ਕੇ ਮਤਲਬ ਇਹ ਐਲਾਨ ਕੀਤੇ ਆ। ਤੇ ਇਹ ਹੁਣ ਮਤਲਬ ਇਹ ਜਿਹੜੇ ਫੈਸਲੇ ਆ ਉਹਨਾਂ ਤੇ ਅੱਜ ਅਸੀਂ ਜਿੰਨੀ ਦੇਖ ਰਹੇ ਹਾਂ, ਕਿਉਂਕਿ ਪਾਕਿਸਤਾਨ ਨੇ ਵੀ ਜਿਹੜੇ ਫੈਸਲੇ ਕੀਤੇ ਆ ਉਹਨਾਂ ਦੇ ਵਿੱਚ ਸਿਰਫ ਸਿੱਖ ਯਾਤਰੀ ਨੇ ਜਿਹੜੇ, ਉਹਨਾਂ ਨੂੰ ਛੱਡ ਕੇ ਤੇ ਬਾਕੀ ਦੇ ਸਾਰੇ ਜਿਹੜੇ ਮਤਲਬ ਵੀਜ਼ਾਸ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਗਈ ਆ, ਤੇ ਸਿੱਖ ਯਾਤਰੀਆਂ ਨੂੰ ਬਾਹਰ ਰੱਖਿਆ ਗਿਆ ਹੈ ਜਿਹੜੇ ਆਪਣੀ ਧਾਰਮਿਕ ਯਾਤਰਾ ਦੇ ਲਈ ਜਾਂਦੇ ਆ। ਤੇ ਜਿਹੜਾ ਇੱਕ ਐਗਰੀਮੈਂਟ ਆਈ ਥਿੰਕ 1974 ਦਾ ਐਗਰੀਮੈਂਟ ਹੈ ਇੰਡੀਆ ਤੇ ਪਾਕਿਸਤਾਨ ਦਾ, ਜਿਹਦੇ ਤਹਿਤ ਜਿਹੜੇ 3000 ਦੇ ਕਰੀਬ ਵੀਜ਼ਾਸ ਜਿਹੜੇ ਆ ਸਿੱਖ ਯਾਤਰੀਆਂ ਨੂੰ ਦੇਣੇ ਪਾਕਿਸਤਾਨ ਨੇ ਮੰਨੇ ਸੀ, ਤੇ ਪਾਕਿਸਤਾਨ ਨੇ ਕਿਹਾ ਕਿ ਉਸ ਦੇ ਉੱਤੇ ਜਿਹੜਾ ਇਹ ਫੈਸਲੇ ਆ ਇਹਨਾਂ ਦਾ ਕੋਈ ਵੀ ਅਸਰ ਜਿਹੜਾ ਹੈ ਉਹ ਨਹੀਂ ਪਏਗਾ। ਤੇ ਲਗਾਤਾਰ ਪਾਕਿਸਤਾਨ ਡਿਨਾਇਲ ਕਰ ਰਿਹਾ। ਉਹ ਕਹਿੰਦੇ ਕਿ ਬਿਨਾਂ ਕਿਸੇ ਸਟਰੋਂਗ ਐਵੀਡੈਂਸ ਤੋਂ ਜਾਂ ਬਿਨਾਂ ਕਿਸੇ ਮਤਲਬ ਐਵੀਡੈਂਸ ਤੋਂ ਬਿਨਾਂ ਇੰਡੀਆ ਜਿਹੜਾ ਆ ਉਹਦੇ ਤੇ ਇਲਜ਼ਾਮਬਾਜ਼ੀ ਲਾ ਰਿਹਾ। ਤੇ ਉਹਨਾਂ ਦਾ ਕਹਿਣਾ ਹੈ ਕਿ ਇੰਡੀਆ ਦੀਆਂ ਆਪਣੀਆਂ ਇੰਟਰਨਲ ਪ੍ਰੋਬਲਮਸ ਨੇ ਜਿਨ੍ਹਾਂ ਦੇ ਸਿੱਟੇ ਵਜੋਂ ਇਹ ਘਟਨਾਵਾਂ ਵਾਪਰੀਆਂ, ਤੇ ਨਾਲ ਹੀ ਉਹਨਾਂ ਨੇ ਇਹਨੂੰ ਫਾਲਸ ਫਲੈਗ ਆਪਰੇਸ਼ਨ ਵੀ ਕਿਹਾ ਹੈ ਆਪਣੀ ਸਟੇਟਮੈਂਟ ਦੇ ਵਿੱਚ। ਤੇ ਜਿਹਦੇ ਚੱਲਦੇ ਉਹਨਾਂ ਦਾ ਕਹਿਣਾ ਕਿ ਪਾਕਿਸਤਾਨ ਦਾ ਇਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ, ਤੇ ਇੰਡੀਆ ਆਪਣੀ ਇੰਟਰਨਲ ਪੋਲਿਟਿਕਸ ਦੇ ਕਾਰਨਾਂ ਕਰਕੇ ਹੀ ਜਿਹੜਾ ਸਾਰਾ ਨਜ਼ਲਾ ਆ ਪਾਕਿਸਤਾਨ ਦੇ ਉੱਤੇ ਝਾੜ ਰਿਹਾ ਹੈ। ਜੀ,
ਨਹੀਂ, ਇਹ ਦੋਵੇਂ ਫੈਕਟਰਸ ਮੈਨੂੰ ਲੱਗਦਾ ਸਾਨੂੰ ਥੋੜਾ ਜਿਹਾ ਡੀਪਲੀ ਵਿਚਾਰਨ ਦੀ ਲੋੜ ਹੈਗੀ ਹੈ। ਇੱਕ ਤੇ ਭਾਰਤ ਦਾ ਜਿਹੜਾ ਪੱਖ ਹੈ, ਭਾਰਤ ਵੱਲੋਂ ਜਿਸ ਕਿਸਮ ਦੇ ਸਟੈਪਸ ਲਏ ਗਏ ਨੇ ਤੇ ਜਿਸ ਕਿਸਮ ਦੀ ਇੱਕ ਫੀਅਰ ਮੌਂਗਰਿੰਗ ਜਾਂ ਵਾਰ ਮੌਂਗਰਿੰਗ ਭਾਰਤ ਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਜਾ ਰਹੀ ਹੈ, ਉਹਦੇ ਤੋਂ ਇਹ ਜਾਪਦਾ ਆ ਵੀ ਸਿੱਧਾ ਸਿੱਧਾ ਪਾਕਿਸਤਾਨ ਦੇ ਉੱਤੇ ਅਟੈਕ ਦੀ ਲਾਈਨ ਹੈਗੀ ਹੈ। ਜਿਵੇਂ ਤੁਸੀਂ ਕਿਹਾ ਕਿ ਪਾਕਿਸਤਾਨ ਸਾਈਡ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਬਿਨਾਂ ਕਿਸੇ ਸਬੂਤ ਤੋਂ ਜਾਂ ਬਿਨਾਂ ਕਿਸੇ ਹੋਰ ਐਵੀਡੈਂਸ ਤੋਂ ਤੁਸੀਂ ਇਸ ਕਿਸਮ ਦੀਆਂ ਕਾਰਵਾਈਆਂ ਕਿਵੇਂ ਕਰ ਸਕਦੇ ਹੋ, ਤੇ ਉਹਨਾਂ ਨੇ ਕੰਪਲੀਟਲੀ ਡਿਨਾਈ ਕੀਤਾ ਇਸ ਪਾਰਟ ਨੂੰ। ਸੋ ਇੰਡੀਆ ਦੇ ਪੱਖ ਤੋਂ ਇਸ ਵਕਤ ਕੀ ਨਜ਼ਰ ਆ ਰਿਹਾ ਹੈ ਕਿ ਆਫੀਸ਼ੀਅਲੀ ਭਾਰਤ ਵੱਲੋਂ ਕੋਈ ਇਸ ਕਿਸਮ ਦਾ ਸਬੂਤ ਜਾਂ ਕੋਈ ਗੱਲ, ਹਾਲਾਂਕਿ ਲਸ਼ਕਰ-ਏ-ਤਾਇਬਾ ਨਾਲ ਜਿਹੜੀ ਇਹ ਗਰੁੱਪ ਦੀ ਗੱਲ ਜਿਹੜੀ ਆ ਉਹ ਜੋੜੀ ਜਾ ਰਹੀ ਹੈ ਜਿਨ੍ਹਾਂ ਨੇ ਹਮਲਾ ਕੀਤਾ, ਤੇ ਉਹ ਲਸ਼ਕਰ-ਏ-ਤਾਇਬਾ ਨੂੰ ਪਾਕਿਸਤਾਨ ਬੇਸਡ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਆ। ਇਹ ਇੱਕ ਗੱਲ ਹੈਗੀ ਹੈ ਜੋ ਮੀਡੀਆ ਦੇ ਵਿੱਚ ਸਾਡੇ ਸਾਹਮਣੇ ਆ ਰਹੀ ਹੈ। ਪਰ ਜਦੋਂ ਅਸੀਂ ਆਫੀਸ਼ੀਅਲੀ ਅਧਿਕਾਰਤ ਰੂਪ ਦੇ ਵਿੱਚ ਦੇਖਦੇ ਹਾਂ ਜਾਂ ਇੱਕ ਮਾਨਤਾ ਪ੍ਰਾਪਤ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਕੋਈ ਜਾਣਕਾਰੀ ਸਾਡੇ ਸਾਹਮਣੇ ਹੋਵੇ, ਉਸ ਦੇ ਆਧਾਰ ਦੇ ਉੱਤੇ ਗੱਲ ਕਿੰਨੀ ਕੁ ਖਰੀ ਉਤਰਦੀ ਹੈ। ਦੂਜਾ ਪੱਖ ਜਦੋਂ ਅਸੀਂ ਪਾਕਿਸਤਾਨੀ ਸਾਈਡ ਦਾ ਦੇਖਦੇ ਹਾਂ, ਉਹਨਾਂ ਦਾ ਜਿਹੜਾ ਕਹਿਣਾ ਆ ਤੇ ਜਿਸ ਕਿਸਮ ਦੇ ਸਟੈਪਸ ਲਏ ਗਏ ਨੇ, ਹੁਣ ਪਾਕਿਸਤਾਨ ਵੱਲੋਂ ਵੀ ਜਿਹੜਾ 에ਅਰ ਸਪੇਸ ਹੈ ਉਹ ਬੰਦ ਕਰ ਦਿੱਤਾ ਗਿਆ ਆ, ਜਿਹੜੀ ਆਪਣੇ ਵੀਜ਼ਾਜ਼ ਹੈਗੇ ਆ ਉਹ ਰਿਵੋਕ ਕਰ ਦਿੱਤੇ ਗਏ ਆ, ਸਾਰਕ ਦੇ ਵੀਜ਼ਾਜ਼ ਖਤਮ ਕਰ ਦਿੱਤੇ ਗਏ ਆ। ਪਹਿਲਾਂ ਇੰਡੀਅਨ ਸਾਈਡ ਵੱਲੋਂ ਕੀਤਾ ਗਿਆ ਤੇ ਹੁਣ ਪਾਕਿਸਤਾਨ ਸਾਈਡ ਵੱਲੋਂ ਕੀਤਾ ਗਿਆ, ਤੇ ਪਾਕਿਸਤਾਨ ਵੱਲੋਂ ਤਾਂ ਇੱਥੋਂ ਤੱਕ ਉਹ ਕੀਤਾ ਗਿਆ ਕਿ ਭਾਈ ਜਿਹੜੀ ਇਹ ਤੁਸੀਂ ਇੰਡਸ ਵਾਟਰ ਟਰੀਟੀ ਨੂੰ ਖਤਮ ਕਰਨ ਦੀ ਲਾਈਨ ਜਾਂ ਬਿਆਨਬਾਜ਼ੀ ਕੀਤੀ ਹੈ, ਆਫੀਸ਼ੀਅਲੀ ਇਹ ਗੱਲ ਕਹੀ ਗਈ ਹੈ ਭਾਰਤ ਵੱਲੋਂ, ਤੇ ਜੇ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ ਤਾਂ ਉਸ ਨੂੰ ਐਕਟ ਆਫ ਵਾਰ ਮੰਨਿਆ ਜਾਊਗਾ। ਐਕਟ ਆਫ ਵਾਰ ਦਾ ਮਤਲਬ ਸਿੱਧਾ ਆ ਕਿ ਫਿਰ ਜਿਹੜੀ ਜੰਗ ਹੈਗੀ ਆ ਜਾਂ ਜਿਹੜੀਆਂ ਫੌਜੀ ਇਸ ਵਕਤ ਫੌਜ ਦੀ ਤਾਇਨਾਤੀ ਇਸ ਵਕਤ ਬਾਰਡਰਸ ਦੇ ਉੱਤੇ ਉਹ ਕਸ਼ਮੀਰ ਤੋਂ ਲੈ ਕੇ ਅਸੀਂ ਪੰਜਾਬ ਤੇ ਅੱਗੇ ਤੱਕ ਦੇਖ ਸਕਦੇ ਹਾਂ, ਫੌਜੀ ਮਸ਼ਕਾਂ ਜਿਹੜੀਆਂ ਨੇ ਜਾਂ ਫੌਜ ਦੀ ਜਿਹੜੀ ਪਲਟੂਨਸ ਹੈਗੀਆਂ ਨੇ ਉਹਨਾਂ ਦੀ ਆਵਾਜਾਈ ਦੇਖੀ ਜਾ ਸਕਦੀ ਹੈ, ਤੇ ਉਹ ਗੱਲ ਉਸ ਪਾਸੇ ਨੂੰ ਜਾਂਦੀ ਨਜ਼ਰ ਆ ਰਹੀ ਹੈ। ਗੱਲ ਇਹ ਨਹੀਂ ਆ ਕਿ ਇਸ ਕਿਸਮ ਦੇ ਮਾਹੌਲ ਦੇ ਵਿੱਚ ਹੀ ਕੋਈ ਮਾੜੀ ਮੋਟੀ ਊਣਤਾਈ, ਕੋਈ ਖੱਬੇ ਸੱਜੇ ਗੱਲ ਹੋ ਜਾਵੇ ਤੇ ਪਤਾ ਨਹੀਂ ਲੱਗਦਾ ਹੁੰਦਾ ਕਿ ਗੱਲ ਇੱਕਦਮ ਜੰਗ ਵਾਲੇ ਪਾਸੇ ਨੂੰ ਤੁਰ ਪੈਂਦੀ ਹੈ। ਭਾਰਤ ਦਾ ਇੱਕ ਫੌਜੀ ਬਾਰਡਰ ਕ੍ਰਾਸ ਕਰ ਜਾਂਦਾ ਆ, ਭੁਲੇਖੇ ਦੇ ਵਿੱਚ ਉਹਨੂੰ ਪਾਕਿਸਤਾਨ ਰੇਂਜਰਸ ਵੱਲੋਂ ਫੜ ਲਿਆ ਜਾਂਦਾ ਆ। ਸੋ ਮਤਲਬ ਇੱਕ ਗੱਲ ਨਹੀਂ ਆ, ਗੱਲ ਕਈ ਪਾਸਿਓਂ ਉਹ ਹੋ ਰਹੀ ਹੈ। ਸੋ ਸਾਨੂੰ ਸੰਜੀਦਗੀ ਦੇ ਨਾਲ ਇਹ ਦੇਖਣ ਦੀ ਲੋੜ ਹੈਗੀ ਆ ਜਾਂ ਸਮਝਣ ਦੀ ਲੋੜ ਹੈ ਕਿ ਦੋਵੇਂ ਪਾਸਿਓਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਕਿੰਨੀਆਂ ਕੁ ਹਵਾ 'ਚ ਨੇ ਤੇ ਕਿੰਨੇ ਕੁ ਉਹਨਾਂ ਦੇ ਵਿੱਚ ਫੈਕਟਸ ਇਸ ਵਕਤ ਅਸੀਂ ਦੇਖ ਸਕਦੇ ਹਾਂ। ਦੇਖੋ ਅਮਰਵੀਰ ਸਿੰਘ ਜੀ, ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਐਗਜ਼ਿਸਟੈਂਸ ਆ ਹੋਂਦ ਆ, ਉਹੀ ਆਪਣੇ ਆਪ ਦੇ ਵਿੱਚ ਮਤਲਬ ਵੀ ਉਹਨਾਂ ਦੋਨਾਂ ਦਾ ਇੱਕ ਦੂਜੇ ਦੇ ਗੁਆਂਢ 'ਚ ਹੋਣਾ ਹੀ ਇਹਨਾਂ ਦੀ ਐਗਜ਼ਿਸਟੈਂਸ ਤੋਂ ਇੱਕ ਪ੍ਰੋਬਲਮੈਟਿਕ ਚੀਜ਼ ਰਹੀ ਆ। ਤੇ ਮਤਲਬ ਨਫ਼ਰਤ ਇੰਨੀ ਜ਼ਿਆਦਾ ਆ ਕਿ ਕਿਸੇ ਵੀ ਟਾਈਮ ਜਿਹੜੇ ਕੋਈ ਵੀ ਵੱਡੀ ਈਵੈਂਟ ਮਤਲਬ ਹੈਪਨ ਹੋ ਸਕਦੀ ਹੈ ਕਿ ਜਿਹੜਾ ਕਲੈਸ਼ ਆਫ ਫਲੇਅਰ ਅਪ ਹੋ ਸਕਦਾ, ਤੇ ਦੋਨਾਂ ਦੇ ਕੋਲ ਨਿਊਕਲੀਅਰ ਪਾਵਰ ਮਤਲਬ ਨਿਊਕਲੀਅਰ ਤਾਕਤ ਹੈਗੀ ਆ। ਤੇ ਇਹਦੇ ਚੱਲਦਿਆਂ ਮਤਲਬ ਅਸੀਂ ਅੰਦਾਜ਼ਾ ਲਾਉਣਾ ਕਿ ਮਤਲਬ ਕੁਛ ਵੀ ਮਤਲਬ ਤੁਸੀਂ ਕਹੋ ਕਿ ਨਹੀਂ ਹੋ ਸਕਦਾ ਜਾਂ ਹੋ ਸਕਦਾ, ਇਹ ਮਤਲਬ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ ਅਮਰਵੀਰ ਸਿੰਘ ਜੀ। ਪਰ ਮਸਲਾ ਇਹ ਹੈ ਵੀ ਜਿਹੜੀ ਇਸ ਟਾਈਮ ਸਿਚੁਏਸ਼ਨ ਆ, ਚਾਹੇ ਪਾਕਿਸਤਾਨ ਦੀ ਸਿਚੁਏਸ਼ਨ ਆ, ਇੰਡੀਆ ਦੀ ਸਿਚੁਏਸ਼ਨ ਆ, ਮਤਲਬ ਉਹ ਸਾਰੇ ਦੇ ਵਿੱਚ ਹਾਲੇ ਫਿਲਹਾਲ ਕੁਝ ਸਮੇਂ ਲਈ ਇਹ ਲੱਗ ਰਿਹਾ ਹੈ ਕਿ ਦੋਵੇਂ ਧਿਰਾਂ ਇੱਕ ਦੂਜੇ ਦੀਆਂ ਬਾਹਾਂ ਦਾ ਜ਼ੋਰ ਡਿਪਲੋਮੈਟਿਕਲੀ ਪਰਖਣਗੀਆਂ। ਤੇ ਜਿਹਦੇ ਵਿੱਚ ਕਿਉਂਕਿ ਜਿਹੜੇ ਇੰਡੀਆ ਨੇ ਡਿਸੀਜਨਸ ਵੀ ਲਏ ਆ, ਉਹ ਡਿਸੀਜਨਸ ਚਾਹੇ ਉਹ ਇੰਡਸ ਵਾਟਰ ਟਰੀਟੀ ਨੂੰ ਲੈ ਕੇ ਆ, ਉਹਦੇ 'ਚ ਪਾਣੀ ਰੋਕਣਾ ਹੈ ਜਿਹੜਾ, ਉਹ ਕੋਈ ਮਤਲਬ ਖਾਲਾ ਜੀ ਦਾ ਪੜਾ ਨਹੀਂ ਕਿ 1 ਮਿੰਟ ਤੁਸੀਂ ਐਲਾਨ ਕਰਤਾ ਤੇ ਤੁਸੀਂ ਉਹ ਜਿਹੜੇ ਦਰਿਆ ਨੇ ਉਹਨਾਂ ਨੂੰ ਬੰਨ੍ਹ ਲਾ ਲਓਗੇ ਜਾਂ ਉਹਨਾਂ ਦਾ ਪਾਣੀ ਡਿਵੀਏਟ ਕਰ ਦੋਗੇ। ਪਰ ਹਾਂ, ਇੰਡੀਆ ਜਿਹੜਾ ਆ ਉਹ ਕਿਉਂਕਿ ਹੁਣ ਟਰੀਟੀ ਤੋਂ ਬਾਹਰ ਮਤਲਬ ਉਹਨੇ ਆਪਣੇ ਆਪ ਨੂੰ ਬਾਹਰ ਕਰਨ ਦਾ ਐਲਾਨ ਕਰਤਾ ਆ, ਤਾਂ ਉਹ ਤੋਂ ਬਾਅਦ ਉਹਦੀ ਜਵਾਬਦੇਹੀ ਨਹੀਂ ਰਹਿ ਜਾਂਦੀ। ਉਸ ਟਰੀਟੀ ਦੇ ਜਿਹੜੇ ਪ੍ਰੋਟੋਕੋਲ ਆ, ਭਾਵੇਂ ਉਹ ਡੈਮ ਬਣਾਉਣ ਨੂੰ ਲੈ ਕੇ ਦਰਿਆਵਾਂ ਦੇ ਉੱਤੇ, ਭਾਵੇਂ ਉਹ ਪਾਣੀ ਛੱਡਣ ਨੂੰ ਲੈ ਕੇ ਜਿਹੜੇ ਮਤਲਬ ਡੈਮ ਆਲਰੇਡੀ ਇੰਡੀਆ ਦੇ ਬਣੇ ਹੋਏ ਆ, ਤੇ ਉਹ ਉਹਨਾਂ ਦਾ ਪਾਬੰਦ ਨਹੀਂ ਰਹਿੰਦਾ, ਜਿਹਦੇ ਚੱਲਦਿਆਂ ਉਹ ਭਾਵੇਂ ਨਵੇਂ ਡੈਮ ਬਣਾਉਣ ਦੀ ਗੱਲ ਹੋਵੇ, ਕਿਉਂਕਿ ਇੰਡਸ ਵਾਟਰ ਟਰੀਟੀ ਦੇ ਅਧੀਨ ਤੁਸੀਂ ਕੋਈ ਵੀ ਇਹੋ ਜਿਹੀ ਜਿਹੜੀ ਕੰਸਟਰਕਸ਼ਨ ਆ ਉਹ ਵੀ ਨਹੀਂ ਸੀ ਕਰ ਸਕਦੇ ਜਦੋਂ ਤੱਕ ਮਿਊਚੁਅਲੀ ਐਗਰੀਮੈਂਟ ਸਹਿਮਤੀ ਨਹੀਂ ਹੁੰਦੀ ਆ ਦੋਨਾਂ ਮੁਲਕਾਂ ਦੀ।
ਤਾਂ ਹੁਣ ਮਤਲਬ ਉਹ ਬਾਹਰ ਆਉਣ ਤੋਂ ਬਾਅਦ ਇੰਡੀਆ ਫੋਰ ਦਾ ਤੁਸੀਂ ਕਹਿ ਸਕਦੇ ਲੌਂਗ ਟਰਮ ਕੁਛ ਨਾ ਕੁਛ ਇਹੋ ਜਿਹੇ ਚੇਂਜਸ ਕਰ ਸਕਦਾ, ਜਿਹਦਾ ਫਿਰ ਰਿਐਕਸ਼ਨ ਪੋਲੀਟੀਕਲੀ ਵੀ ਤੇ ਮਿਲੀਟੈਰੀਲੀ ਵੀ ਪਾਕਿਸਤਾਨ ਨੇ ਕਲੀਅਰ ਕੀਤਾ ਹੈ ਕਿ ਇਟਸ ਜਸਟ ਲਾਈਕ ਐਕਟ ਆਫ ਵਾਰ। ਜੇ ਮਤਲਬ ਇੰਡਸ ਵਾਟਰ ਟਰੀਟੀ ਤੋਂ ਬਾਅਦ ਪਾਣੀ ਦੇ ਨਾਲ ਕੋਈ ਜਿਹੜੀ ਛੇੜਛਾੜ ਕੀਤੀ ਜਾਂਦੀ ਆ, ਉਹ ਫਿਰ ਦੋਵੇਂ ਤਰੀਕਿਆਂ ਦੇ ਨਾਲ ਪਾਕਿਸਤਾਨ ਉਹ ਤੇ ਜਵਾਬ ਦੇ ਸਕਦਾ। ਉਹ ਹੁਣ ਜੇ ਮਿਲੀਟੈਰੀਲੀ ਗੱਲ ਕਰਨੀ ਆ, ਉਹ ਕਿਵੇਂ ਦੀ ਮਤਲਬ ਮਿਲਟਰੀ ਐਕਸ਼ਨ ਹੋ ਸਕਦੇ ਆ, ਉਹ ਮਤਲਬ ਇਹ ਸੰਭਾਵਨਾਵਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਤਲਬ ਇੱਕ ਲੰਮੇ ਸਮੇਂ ਦੇ ਵਿੱਚ ਇਹ ਘਟਨਾਵਾਂ ਵਾਪਰ ਸਕਦੀਆਂ। ਪਰ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਲਾਸਟ ਟਾਈਮ ਇੰਡੀਆ ਨੇ ਪੁਲਵਾਮਾ ਤੋਂ ਬਾਅਦ ਤੇ ਉੜੀ ਤੋਂ ਬਾਅਦ ਜਿਹੜਾ ਇੱਕ ਮਾਹੌਲ ਸਿਰਜਿਆ ਗਿਆ, ਮਤਲਬ ਉਦੋਂ ਤੋਂ ਜਿਹੜੇ ਇੰਡੀਆ ਤੇ ਪਾਕਿਸਤਾਨ ਦੇ ਡਿਪਲੋਮੈਟਿਕ ਰਿਲੇਸ਼ਨ ਆ ਉਹ ਮਤਲਬ ਸਹੀ ਨਹੀਂ ਹੋ ਰਹੇ, ਉਹ ਲਗਾਤਾਰ ਖਰਾਬ ਹੁੰਦੇ ਜਾ ਰਹੇ ਆ। ਤੇ ਜਿਹੜੀਆਂ ਜੀਓਪੋਲੀਟੀਕਲ ਟੈਨਸ਼ਨਸ ਨੇ ਆਲ ਓਵਰ ਦੀ ਗਲੋਬ, ਕਿਉਂਕਿ ਇਸ ਟਾਈਮ ਜਿਹੜੀ ਸਿਚੁਏਸ਼ਨ ਆ ਉਹ ਚਾਹੇ ਤੁਸੀਂ ਇੰਡਸ ਵਾਟਰ ਟਰੀਟੀ ਐਗਰੀਮੈਂਟ ਦੀ ਗੱਲ ਕਰੋ ਤਾਂ ਉਹ ਜਿਹੜੀ ਉਹ ਸਾਰੀ ਟਰੀਟੀ ਆ ਉਹਦੇ 'ਚ ਕੋਈ ਜਿਹੜੀ ਸੋਵਰਨ ਕੰਟਰੀ ਆ ਉਹ ਕਿਸੇ ਦੀ ਜਵਾਬਦੇਹੀ ਨਹੀਂ ਹੁੰਦੀ। ਜੋ ਇਹ ਗੱਲ ਤੇ ਆ ਜਾਏ ਕਿ ਮੈਂ ਮਤਲਬ ਕਿ ਮੈਂ ਨਹੀਂ ਕਿਸੇ ਵੀ ਨੋਬ ਨੂੰ ਮੰਨਦਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਚਾਹੇ ਇੰਟਰਨੈਸ਼ਨਲ ਕੋਰਟਸ ਨੇ ਜਾਂ ਇੰਟਰਨੈਸ਼ਨਲ ਜਸਟਿਸ ਸਿਸਟਮ ਆ, ਉਹ ਵੀ ਆਲਰੇਡੀ ਉਹਦੀ ਕੋਈ ਹੁਣ ਬੁੱਕਤ ਨਹੀਂ ਰਹਿ ਗਈ ਹੋਈ। ਕੋਈ ਮੁਲਕ ਜਿਹੜਾ ਆ ਉਹਨਾਂ ਨਹੀਂ ਮੰਨ ਰਿਹਾ। ਤੇ ਆਲਰੇਡੀ ਜਿਹੜਾ ਅਮਰੀਕਾ ਲੈਡ ਸਿਸਟਮ ਸੀ ਆਲ ਓਵਰ ਦੀ ਗਲੋਬ, ਉਹ ਵੀ ਹੁਣ ਅੱਜ ਕੱਲ੍ਹ ਅਮਰੀਕਾ ਨੇ ਆਪਣੇ ਆਪ ਹੀ ਜਿਹੜਾ ਉਹ ਤੋਂ ਪੈਰ ਪਿੱਛੇ ਖਿੱਚ ਲਿਆ। ਤਾਂ ਇਸ ਟਾਈਮ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਮੈਦਾਨ ਇਹੋ ਜਿਹਾ ਬਣਿਆ ਹੋਇਆ ਇੰਟਰਨੈਸ਼ਨਲ ਪੋਲਿਟਿਕਸ ਦਾ ਕਿ ਜਿੱਥੇ ਜਿਹਦਾ ਜਿੰਨਾ ਜ਼ੋਰ ਚੱਲਦਾ ਅਗਲਾ ਚਲਾ ਰਿਹਾ ਆ, ਤੇ ਉਹਦੇ ਤੇ ਕੋਈ ਵੀ ਮਤਲਬ ਇੰਟਰਨੈਸ਼ਨਲ ਨੋਰਮਸ ਦੀ ਮੋਰੈਲਿਟੀ ਜਿਹੜੀ ਆ ਉਹਦਾ ਪ੍ਰੈਸ਼ਰ ਨਹੀਂ ਹੈਗਾ ਕਿਸੇ ਵੀ ਮੁਲਕ ਦੇ ਉੱਤੇ। ਤਾਂ ਉਹਦੇ ਚੱਲਦਿਆਂ ਮਤਲਬ ਇਹ ਸੰਭਾਵਨਾਵਾਂ ਜ਼ਰੂਰ ਹੈ ਕਿ ਇੰਡੀਆ ਪਿਛਲੇ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰ ਰਿਹਾ ਸੀ ਇਸ ਟਰੀਟੀ ਤੋਂ ਬਾਹਰ ਆਉਣ ਦੀ। ਤਾਂ ਇਹ ਜਿਹੜੀ ਘਟਨਾ ਵਾਪਰੀ ਆ ਉਹਦੇ ਇਵਜ਼ ਦੇ ਵਿੱਚ ਇੰਡੀਆ ਨੇ ਇਹ ਮੌਕਾ ਜਿਹੜਾ ਬਣਾਇਆ ਆ ਕਿ ਹੁਣ ਉਹ ਇੰਡਸ ਵਾਟਰ ਟਰੀਟੀ ਤੋਂ ਬਾਹਰ ਆ ਰਿਹਾ, ਤੇ ਜਿਹਦੇ ਨਾਲ ਪਾਕਿਸਤਾਨ ਦੀ, ਕਿਉਂਕਿ ਪਾਕਿਸਤਾਨ ਨੂੰ ਤਬਾਹ ਕਰਨਾ ਜਿਹੜਾ ਮਤਲਬ ਜੇ ਕੋਈ ਬੰਦਾ ਇੰਡਸ ਵਾਟਰ ਟਰੀਟੀ ਦੇ ਨਾਲ ਇੰਡੀਆ ਛੇੜਛਾੜ ਕਰਦਾ ਤਾਂ ਪਾਕਿਸਤਾਨ ਦੀ ਇਕਨੋਮੀ ਜਿਹੜੀ ਆ ਉਹ ਬਰਬਾਦ ਕੀਤੀ ਜਾ ਸਕਦੀ ਆ, ਕਿਉਂਕਿ ਸਾਰਾ ਐਗਰੀਕਲਚਰ ਇਰੀਗੇਸ਼ਨ ਸਿਸਟਮ ਪਾਕਿਸਤਾਨ ਦਾ ਉਹ ਇਹਨਾਂ ਦਰਿਆਵਾਂ ਦੇ ਉੱਤੇ ਖੜਾ ਆ। ਤੇ ਉਹ ਦਰਿਆ ਮਤਲਬ ਉਹਨਾਂ ਦਾ ਵੱਡਾ ਹਿੱਸਾ ਭਾਰਤ ਦੇ ਖਿੱਤੇ ਚੋਂ ਲੰਘ ਕੇ ਜਾਂਦਾ। ਤੇ ਇਹ ਸਾਰੇ ਦੇ ਚੱਲਦਿਆਂ ਮਤਲਬ ਉਹ ਕਾਫੀ ਇੱਕ ਡਿਟੇਲ ਡਿਸਕਸ਼ਨ ਉਹਦੇ ਤੇ ਹੋ ਸਕਦੀ ਹੈ ਕਿ ਉਹ ਕਿਵੇਂ ਇੰਡਸ ਵਾਟਰ ਟਰੀਟੀ ਵਾਲਾ ਮਸਲਾ ਆ ਇੰਡੀਆ ਉਹਦੇ 'ਚ ਕਿਵੇਂ ਛੇੜਛਾੜ ਕਰ ਸਕਦਾ। ਪਰ ਜਿਹੜੀ ਗੱਲ ਤੁਸੀਂ ਪੁੱਛੀ ਸੀ ਕਿ ਮਤਲਬ ਜਿਹੜਾ ਫੋਰ ਦਾ ਟਾਈਮ ਬੀਇੰਗ ਇਹ ਨਹੀਂ ਲੱਗ ਰਿਹਾ ਕਿ ਕੋਈ ਵੱਡਾ ਜਿਹੜਾ ਕਨਫਲਿਕਟ ਜਾਂ ਕਲੈਸ਼ ਆ ਮਿਲੀਟੈਰਲੀ ਉਹ ਹਜੇ ਗਰਾਊਂਡ ਦੇ ਉੱਤੇ ਹੋ ਸਕਦਾ। ਇਹ ਜ਼ਰੂਰ ਆ ਵੀ ਕਿਉਂਕਿ ਇੰਡੀਆ ਜਿਹੜੇ ਐਵੀਡੈਂਸ ਇੰਡੀਅਨ ਮੀਡੀਆ ਦੇ ਰਿਹਾ ਉਹ ਐਵੀਡੈਂਸ ਨਹੀਂ ਆ। ਇੰਡੀਅਨ ਮੀਡੀਆ ਦਾ ਪਤਾ ਸਾਰੀ ਦੁਨੀਆ ਨੂੰ ਕਿ ਇੱਕ ਝੂਠ ਦਾ ਪਲੰਦਾ ਆ ਵੀ ਜਿਹੜਾ ਉਹ ਸਿਰਜਦੇ ਆ, ਮਤਲਬ ਕਿਤੋਂ ਚੱਕ ਕੇ ਵੀਡੀਓਜ਼ ਚਲਾ ਰਹੇ ਆ, ਉਹ ਨੈਸ਼ਨਲ ਮੀਡੀਆ ਚਲਾ ਰਿਹਾ, ਲੋਕ ਸੋਸ਼ਲ ਮੀਡੀਆ ਤੇ ਆ ਕੇ ਕਹਿ ਰਹੇ ਆ ਕਿ ਅਸੀਂ ਤਾਂ ਜਿਉਂਦੇ ਆ, ਮਤਲਬ ਪਹਿਲਾਂ ਘੁੰਮਣ ਗਏ ਸੀ ਪਰ ਸਾਡੀ ਵੀਡੀਓ ਅੱਜ ਨੈਸ਼ਨਲ ਮੀਡੀਆ ਤੇ ਚੱਲ ਰਹੀ ਆ ਕਿ ਦੇਖੋ ਜੀ ਇਹ ਵੀ ਮਰ ਗਏ ਆ ਉੱਥੇ, ਤੇ ਉਹਨਾਂ ਨੂੰ ਨੇਵੀ ਦੇ ਆਫੀਸਰ ਦੱਸਿਆ ਜਾ ਰਿਹਾ। ਤੇ ਉਹ ਸਾਰਾ ਜਿਹੜਾ ਮਤਲਬ ਨੈਰੇਟਿਵ ਜਿਹੜਾ ਬਿਲਡ ਕੀਤਾ ਹੈ ਐਂਟੀ ਮੁਸਲਿਮ, ਕਿ ਪਹਿਲਾਂ ਇਹ ਪੁੱਛਿਆ ਗਿਆ ਕਿ ਦੱਸੋ ਜੀ ਤੁਸੀਂ ਮੁਸਲਮਾਨ ਹੋ, ਤੁਸੀਂ ਕਲਮਾ ਪੜ੍ਹੋ, ਮਤਲਬ ਪੈਂਟਾਂ ਲਾ ਕੇ ਦੇਖੀਆਂ ਗਈਆਂ, ਮਤਲਬ ਇਹੋ ਜਿਹੇ ਜਿਹੜੇ ਨੈਰੇਟਿਵ ਆ ਉਹ ਬਿਲਡਅਪ ਕੀਤੇ ਜਾ ਰਹੇ ਆ। ਤਾਂ ਇਹ ਸਾਰੀ ਘਟਨਾ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਪਾਸੇ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਨੈਰੇਟਿਵ ਬਣਾਇਆ ਜਾ ਰਿਹਾ ਕਿ ਮੁਸਲਮਾਨ ਜਿਨ੍ਹਾਂ ਦੇ ਖਿਲਾਫ ਹੁਣ ਪਿੱਛੇ ਜੇ ਵਕਫ ਬਿੱਲ ਆਇਆ ਤੇ ਮੁਸਲਮਾਨ ਉਹਦੇ ਖਿਲਾਫ ਵਿਰੋਧ ਕਰਨਾ ਸ਼ੁਰੂ ਹੀ ਕਰਨ ਲੱਗੇ ਸੀ, ਜੇ ਉਸ ਬਿੱਲ ਦੇ ਖਿਲਾਫ ਪ੍ਰੋਟੈਸਟ ਹੋਣੇ ਸ਼ੁਰੂ ਹੀ ਹੋਏ ਸੀ, ਆਰਗੇਨਾਈਜ਼ ਹੋਣਾ ਸ਼ੁਰੂ ਹੋ ਰਹੇ ਸੀ। ਪਰ ਨਾਲ ਹੀ ਇਹ ਘਟਨਾ ਜਿਹੜੀ ਵਾਪਰੀ ਤੇ ਉਹਦੇ ਜਿਹੜਾ ਸਾਰਾ ਨੈਰੇਟਿਵ ਬਿਲਡਅਪ ਕੀਤਾ ਐਂਟੀ ਮੁਸਲਿਮ ਕਿ ਮਤਲਬ ਸਾਰੀ ਮੁਸਲਿਮ ਕਮਿਊਨਿਟੀ ਫੇਰ ਦੁਬਾਰਾ ਬੈਕਫੁੱਟ ਤੇ ਆ ਗਈ। ਅੱਜ ਉਹ ਪ੍ਰੋਟੈਕਸ਼ਨਿਜ਼ਮ ਦੇ ਵਿੱਚ ਚਲੇ ਗਏ, ਆਪਣੇ ਆਪ ਨੂੰ ਬਚਾਉਣ ਦੀ ਉਹਨਾਂ ਦੀ ਸਾਰੀ ਜਦੋਜਹਿਦ ਹੋ ਗਈ ਆ। ਵਕਫ ਬਿੱਲ ਸਾਰਾ ਕੁਝ ਵਿੱਚੇ ਰੁਲ ਖੁੱਲ ਗਿਆ। ਤੇ ਦੂਜੇ ਪਾਸੇ ਪੰਜਾਬ ਦੇ ਬਾਰਡਰ ਦੇ ਉੱਤੇ ਅੱਜ ਦੀ ਵੀਡੀਓ ਆ, ਇੰਡੀਅਨ ਐਕਸਪ੍ਰੈਸ ਦੇ ਨਾਮੀ ਪੱਤਰਕਾਰ ਆ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀ ਕਿ ਜਿੱਥੇ ਇੱਕ ਪਾਸੇ 26 ਜਾਨਾਂ ਗਈਆਂ ਆ, ਮਤਲਬ ਉਹ ਇੱਕ ਸਾਰਾ ਸੋਗ ਪ੍ਰਗਟ ਕਰ ਰਹੇ ਆ, ਇੱਕ ਝੂਠਾ ਅਸੀਂ ਕਹਿ ਸਕਦੇ ਹਾਂ ਨੈਸ਼ਨਲਿਸਟ ਨੇ ਜਿਹੜੇ ਇੰਡੀਆ ਦੇ। ਉਹ ਦੂਜੇ ਪਾਸੇ ਜਿਹੜਾ ਬਾਘਾ ਬਾਰਡਰ ਆ ਉਹਦੇ ਤੇ ਆ ਕੇ ਬਾਰਡਰ ਬੰਦ ਹੋਣ ਦੀ ਖੁਸ਼ੀ ਦੇ ਉੱਤੇ ਉਹ ਭੰਗੜੇ ਪਾਏ ਜਾ ਰਹੇ ਆ ਕਿ ਬਾਰਡਰ ਬੰਦ ਹੋ ਗਿਆ, ਜਿੱਥੇ ਪੰਜਾਬ ਦਾ ਹਰੇਕ ਵਸਿੰਦਾ ਜਿਹੜਾ ਖਾਸ ਤੌਰ ਤੇ ਸਿੱਖ ਜਿਹਦੀ ਅਰਦਾਸ ਦਾ ਹਿੱਸਾ ਆ ਕਿ ਇਹ ਲਾਂਘੇ ਖੁੱਲਣ ਤਾਂ ਕਿ ਜਿਹੜੇ ਸਿੱਖ ਆ ਉਹ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਕਰ ਸਕਣ। ਪਰ ਉੱਥੇ
ਗੈਰ ਪੰਜਾਬੀ ਤੇ ਪੰਜਾਬ ਦੀਆਂ ਜਿਹੜੀਆਂ ਉਹ ਹਿੰਦੂਤਵੀ ਜਥੇਬੰਦੀਆਂ ਉਹਨਾਂ ਦੇ ਐਕਟਿਵਿਸਟ ਜਿਹੜੇ ਆ ਉਹ ਜਾ ਕੇ ਉੱਥੇ ਬਾਘਾ ਬਾਰਡਰ ਦੇ ਉੱਤੇ ਉਹ ਲਾਂਘੇ ਬੰਦ ਹੋਣ ਤੇ ਖੁਸ਼ੀਆਂ ਜਸ਼ਨ ਮਨਾ ਰਹੇ ਆ, ਭੰਗੜੇ ਪਾ ਰਹੇ ਆ। ਉਹਨਾਂ ਨੂੰ ਕੋਈ ਸੋਗ ਨਹੀਂ ਕਿ ਇੰਨੇ ਜਿਹੜੇ ਬੰਦੇ ਆ ਉਹਨਾਂ ਦੀਆਂ ਲਾਸ਼ਾਂ ਵਿਛੀਆਂ ਨੇ ਉੱਥੇ। ਤਾਂ ਇਹ ਜਿਹੜਾ ਸਾਰਾ ਕੁਝ ਆ ਮਤਲਬ ਇਹ ਸਾਨੂੰ ਇਹ ਦੱਸ ਰਿਹਾ ਕਿ ਇਸ ਘਟਨਾ ਤੋਂ ਬਾਅਦ ਕੋਈ ਬੰਦਾ ਹਜੇ ਫੜਿਆ ਨਹੀਂ ਗਿਆ। ਸਕੈਚ ਜਾਰੀ ਕੀਤੇ ਆ, ਮੋਦੀ ਐਲਾਨ ਕਰ ਰਿਹਾ ਕਿ ਮੈਂ ਧਰਤੀ ਦੇ ਅਖੀਰ ਤੱਕ ਜਾ ਕੇ ਵੀ ਮਤਲਬ ਉਹਨਾਂ ਬੰਦਿਆਂ ਨੂੰ ਫੜੂੰਗਾ ਤੇ ਉਹਨਾਂ ਬੰਦਿਆਂ ਨੂੰ ਮਾਰੂੰਗਾ। ਉਹ ਕੀ ਹੁੰਦਾ ਕਿ ਉਹਨੂੰ ਮਾਰਦੇ ਆ, ਅਸੀਂ ਜਾਣਦੇ ਆ ਕਿ ਛੱਤੀ ਸਿੰਘਪੁਰਾ ਦੇ ਵਿੱਚ ਵੀ ਆਮ ਬੰਦੇ ਚੁੱਕ ਕੇ ਇਹਨਾਂ ਨੇ ਬਾਅਦ ਚੋਂ ਮਾਰਤੇ ਸੀ ਤੇ ਉਹ ਦੁਨੀਆ ਸਾਹਮਣੇ ਸੱਚ ਆਇਆ ਸੀ ਵੀ ਇਹ ਸਾਰੀ ਘਟਨਾ ਤੋਂ ਬਾਅਦ। ਪਰ ਜੋ ਹੋਇਆ ਆ ਉਹ ਇਹ ਹੈ ਕਿ ਮੁਸਲਮਾਨਾਂ ਦੇ ਖਿਲਾਫ ਇੱਕ ਨਫ਼ਰਤ ਦਾ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਜੈਕਟ ਚਲਾਇਆ ਗਿਆ, ਜਿਹਦੇ ਚ ਮਤਲਬ ਪੂਰਾ ਮੀਡੀਆ ਨੇ ਬਿਨਾਂ ਕਿਸੇ ਸਟਰੋਂਗ ਐਵੀਡੈਂਸ ਤੋਂ ਮਤਲਬ ਇੱਕ ਹੇਟ ਨੂੰ ਫੈਲਾਇਆ। ਇੰਡੀਅਨ ਮੀਡੀਆ ਨੇ ਜਿਹੜਾ ਆਲਰੇਡੀ ਹਮੇਸ਼ਾ ਇਹ ਕਰਦੇ ਆ। ਤੇ ਦੂਜੇ ਪਾਸੇ ਪੰਜਾਬ ਦਾ ਜਿਹੜਾ ਇੱਕ ਲਾਂਘਾ ਪੰਜਾਬ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਇੱਕ ਸਾਂਝ ਬਣ ਰਹੀ ਸੀ ਬਾਘਾ ਬਾਰਡਰ ਦੇ ਰਾਹੀਂ, ਉਸ ਲਾਂਘੇ ਦੇ ਰਾਹੀਂ ਉਹਦੇ ਤੇ ਰੋਕ ਲਾਤੀ ਗਈ ਆ, ਜਿੱਥੋਂ ਇਹਨਾਂ ਨੂੰ ਬਹੁਤ ਤਕਲੀਫ ਸੀ ਪਹਿਲਾਂ ਤੋਂ ਹੀ। ਤੇ ਨਾਲ ਹੀ ਕਰਤਾਰਪੁਰ ਸਾਹਿਬ ਦੀ ਜਿਹੜੀ ਯਾਤਰਾ ਆ ਉਹਨੂੰ ਰੋਕਣ ਦੀਆਂ ਵੀ ਗੱਲਾਂ ਇੰਡੀਅਨ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਣ ਲੱਗੀਆਂ ਨੇ। ਤੇ ਦੂਜੇ ਪਾਸੇ ਜਿਹੜੀ ਇੰਡਸ ਵਾਟਰ ਟ੍ਰੀਟੀ ਆ, ਮਤਲਬ ਇੰਡਸ ਵਾਟਰ ਟ੍ਰੀਟੀ ਲੰਮੇ ਸਮੇਂ ਤੋਂ ਇੰਡੀਆ ਚਾਹ ਰਿਹਾ ਉਹਦੇ ਨਾਲ ਛੇੜਛਾੜ ਕਰਨ ਦੀ, ਤੇ ਉਹਦੇ ਲਈ ਵੀ ਇੱਕ ਗਰਾਊਂਡ ਜਿਹੜਾ ਆ ਤਿਆਰ ਹੋਇਆ। ਹੋਰ ਹਜੇ ਤੱਕ ਜਿਹੜੇ ਇੰਡੀਆ ਦੇ ਐਕਸ਼ਨਸ ਨੇ ਜਿਹੜੇ ਆ ਸਫੀਰ ਕੱਢਣੇ ਆ ਜਾਂ ਬੰਦੇ ਕੱਢਣੇ, ਇਹ ਤਾਂ ਚੱਲਦਾ ਰਹਿੰਦਾ ਹੈ ਇਹਨਾਂ ਦਾ ਵੀ। ਮਤਲਬ ਜਿਹੜੇ ਇਹ ਐਕਸ਼ਨਸ ਨੇ ਇਹ ਹਜੇ ਤੱਕ ਹੋਏ ਆ ਤੇ ਉਹਦੇ ਤੋਂ ਸਾਰਿਆਂ ਤੋਂ ਇਹੀ ਲੱਗ ਰਿਹਾ ਵੀ ਜਿਹੜੀ ਗੱਲ ਅਸੀਂ ਪਿਛਲੇ ਵੀ ਆਪਣੇ ਸਾਰੇ ਮਤਲਬ ਉਸ ਐਪੀਸੋਡ 'ਚ ਡਿਸਕਸ ਕੀਤੀ ਸੀ ਕਿ ਕਸ਼ਮੀਰ ਦੀ ਮੂਵਮੈਂਟ ਜਿਹੜੀ ਆ ਉਹਦੀ ਵਿੱਚ ਕਦੇ ਵੀ ਇਸ ਤਰੀਕੇ ਦੇ ਨਾਲ ਜਿਹੜੇ ਯਾਤਰੀ ਕਸ਼ਮੀਰ ਦੀ ਇਕੋਨਮੀ ਨੂੰ ਮਤਲਬ ਕਿਉਂਕਿ ਯਾਤਰੀ ਜਿਹੜੇ ਜਦੋਂ ਜਾਂਦੇ ਆ ਤਾਂ ਕਸ਼ਮੀਰ ਦੀ ਇਕੋਨਮੀ ਨੂੰ ਬੂਸਟ ਮਿਲਦਾ, ਲੋਕਾਂ ਨੂੰ ਰੁਜ਼ਗਾਰ ਮਿਲਦਾ ਜਿਹੜੇ ਕਸ਼ਮੀਰੀ ਨੇ। ਤੇ ਨਾਲ ਹੀ ਅਸੀਂ ਦੇਖਿਆ ਕਿ ਪਿਛਲੇ ਕੁਝ ਸਾਲਾਂ ਤੋਂ ਭਾਵੇਂ ਕਿ ਇੰਡੀਅਨ ਐਡਮਿਨਿਸਟ੍ਰੇਸ਼ਨ ਵੀ ਇਹ ਚੀਜ਼ ਬਣਾ ਰਹੀ ਸੀ ਕਿ ਉੱਥੇ ਸਾਰਾ ਕੁਝ ਨੋਰਮਲਾਈਜ਼ ਹੋ ਰਿਹਾ ਆ, ਉੱਥੇ ਦੇਖੋ ਟੂਰਿਸਟ ਜਾ ਰਹੇ ਆ, ਪਰ ਅਸੀਂ ਇਹ ਜਾਣਦੇ ਹਾਂ ਕਿ ਉਹ ਨੋਰਮਲਾਈਜੇਸ਼ਨ ਜਿਹੜੀ ਆ ਉਹ ਟੂਰਿਸਟ ਉਹ ਪਹਿਲਾਂ ਵੀ ਕਸ਼ਮੀਰ ਜਾਂਦੇ ਸੀ ਤੇ ਕਦੇ ਵੀ ਕਸ਼ਮੀਰੀ ਮਿਲੀਟੈਂਟਸ ਨੇ ਉਹਨਾਂ ਟੂਰਿਸਟ ਦੇ ਉੱਤੇ ਅਟੈਕ ਨਹੀਂ ਸੀ ਕੀਤਾ। ਪਰ ਹੁਣ ਪਿਛਲੇ ਸਮੇਂ ਤੋਂ ਕਿਉਂਕਿ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਨਾਲ ਵਿਹਾਰ ਕੀਤਾ ਜਾ ਰਿਹਾ ਸੀ, ਤਾਂ ਜਿਹੜਾ ਹਿੱਲ ਸਟੇਸ਼ਨ ਪਿਕ ਕਰਨਾ ਹੁੰਦਾ ਸੀ, ਖਾਸ ਤੌਰ ਤੇ ਪੰਜਾਬ ਦੇ ਲੋਕ ਜ਼ਿਆਦਾ ਘੁੰਮਣ ਜਾਂਦੇ ਆ ਉੱਤਰ ਦੇ ਖਿੱਤੇ 'ਚ, ਤੇ ਉਹ ਜ਼ਿਆਦਾ ਹੁਣ ਕਸ਼ਮੀਰ ਜਾਂਦੇ ਸੀ ਜਾਂ ਇਸ ਤਰੀਕੇ ਦੇ ਨਾਲ ਲੋਕਾਂ ਦਾ ਕਸ਼ਮੀਰ ਜਿਹੜਾ ਰਾਹ ਆ ਉਹ ਖੁੱਲ ਗਿਆ ਸੀ। ਪਰ ਇਸ ਘਟਨਾ ਤੋਂ ਬਾਅਦ ਉਹ ਵੀ ਬੰਦ ਹੋਇਆ। ਤੇ ਮਤਲਬ ਜਿਵੇਂ ਦਾ ਛੱਤੀ ਸਿੰਘਪੁਰਾ ਵਾਲਾ ਅਸੀਂ ਦੇਖਿਆ ਵੀ ਉਦੋਂ ਜੋ ਜਿਵੇਂ ਪਲਾਨ ਕੀਤਾ ਗਿਆ ਸੀ, ਤਾਂ ਇਹ ਘਟਨਾ ਹੈ ਜਿਹੜੀ ਇਹਦੀ ਵੀ ਜੇ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੁੰਦੀ ਆ, ਜੇ ਅਮਰੀਕਾ ਜਿਵੇਂ ਦਲ ਖਾਲਸਾ ਨੇ ਇਹ ਰਿਕੁਐਸਟ ਕੀਤੀ ਹੈ ਕਿ ਅਮਰੀਕਾ ਜਿਹੜਾ ਕਿਉਂਕਿ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਇਸ ਦੌਰੇ ਤੇ ਆਏ ਹੋਏ ਸੀ ਤੇ ਉਹ ਇੱਕ ਮਤਲਬ ਲਿੰਕ ਆ ਵੀ ਅਮਰੀਕਾ ਵੀ ਜਿਹੜਾ ਇਹਦੀ ਇਨਵੈਸਟੀਗੇਸ਼ਨ ਕਰੇ, ਤੇ ਜੇ ਉਹ ਹੁੰਦੀ ਆ ਤਾਂ ਹੋ ਸਕਦਾ ਕਿ ਸੱਚ ਦੁਨੀਆ ਸਾਹਮਣੇ ਆਵੇ ਕਿ ਕਿਹੜੀ ਤਾਕਤ ਸੀ ਜਿਹਨੇ ਇਸ ਤਰੀਕੇ ਦੇ ਨਾਲ ਜਿਹੜੇ ਨਿਰਦੋਸ਼ ਲੋਕ ਆ ਉਹਨਾਂ ਨੂੰ ਉੱਥੇ ਮਾਰਿਆ, ਤੇ ਕਿਹੜੇ ਲੋਕ ਜਿਹੜੇ ਆ ਇਹਨਾਂ ਕਤਲਾਂ ਦੇ ਉੱਤੇ ਆਪਣੀ ਸਿਆਸਤ ਜਿਹੜੀ ਆ ਉਹ ਕਰਨੀ ਚਾਹ ਰਹੇ ਆ।